जी आए ਨੂੰ प्यारे विद्यार्थियों 9th क्लास ਦੀ इंग्लिश ਦੀ बुक इंग्लिश ग्रामर एंड कंपोजिशन उसका ਲੈਸਨ नंबर 9 नरेशन अर्थात डायरैक्ट एंड इनडायरैक्ट स्पीच ਉਹਦੀਆਂ ਪਹਿਲੀ ਦੋ ਐਕਸਰਸਾਈਜ਼ 1 ਐਂਡ 2 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ, ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਪਰ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਤੇ ਐਕਸਪਲੇਨੇਸ਼ਨ ਨੂੰ ਧਿਆਨ ਦੇ ਨਾਲ ਸੁਣੋ। ਇਸੇ ਚੈਨਲ ਦੇ ਉੱਤੇ 9th ਕਲਾਸ ਦੀਆਂ ਹੋਰ ਪਲੇਲਿਸਟਾਂ ਵੀ ਹਨ। 9th ਇੰਗਲਿਸ਼ MCB, 9th ਸਾਇੰਸ, 9th ਮੈਥ ਨੋਟਸ। ਸੋ ਇਹਨਾਂ ਪਲੇਲਿਸਟਾਂ ਤੇ ਜਾ ਕੇ ਇਹਨਾਂ ਵਿਸ਼ਿਆਂ ਦੇ ਵੀਡੀਓਜ਼ ਵੀ ਤੁਸੀਂ ਜ਼ਰੂਰ ਦੇਖੋ। ਸੋ ਸ਼ੁਰੂ ਕਰੀਏ। So change the following into indirect speech. He says my brother likes apples. ਉਹ ਕਹਿੰਦਾ ਹੈ ਮੇਰਾ ਭਰਾ ਸੇਬ ਪਸੰਦ ਕਰਦਾ ਹੈ। ਸੋ ਬੱਚਿਓ ਜਦੋਂ ਰਿਪੋਰਟਿੰਗ ਜਿਹੜੀ ਸਪੀਚ ਹੈ ਇਹ ਵਾਲੀ ਅਗਰ ਇਹ ਪ੍ਰੈਜ਼ੈਂਟ ਟੈਂਸ ਹੋਵੇ ਤੇ ਫਿਰ ਇਨਵਰਟਿਡ ਕੋਮਾ ਦੇ ਅੰਦਰ ਜੋ ਰਿਪੋਰਟਡ ਸਪੀਚ ਹੈ ਉਹਦਾ ਟੈਂਸ ਚੇਂਜ ਨਹੀਂ ਹੁੰਦਾ, ਵਰਬ ਚੇਂਜ ਨਹੀਂ ਹੁੰਦੀ। ਸੋ ਹੀ ਸੇਜ਼ ਦੈਟ ਹਿਜ਼ ਬ੍ਰਦਰ ਲਾਈਕਸ ਐਪਲਸ। ਬੜਾ ਸੌਖਾ ਹੈ, ਇਨਵਰਟਿਡ ਕੋਮੇ ਹਟਾ ਦੇਣੇ ਨੇ ਤੇ ਐਮ ਛੋਟਾ ਹੋ ਜਾਏਗਾ ਤੇ ਇੱਥੇ ਲੱਗ ਜਾਏਗਾ ਦੈਟ। ਸੌਰੀ ਮਾਈ ਦਾ ਜਿਹੜਾ ਬਣ ਜਾਏਗਾ ਹਿਜ਼। ਹੀ ਸੇਜ਼ ਮੇਰਾ ਭਰਾ, ਹਨਾ, ਅਰਥਾਤ ਹੀ ਸੇਜ਼ ਦੈਟ ਉਹਦਾ ਭਰਾ, ਹਿਜ਼ ਬ੍ਰਦਰ। ਹੀ ਸੇਜ਼ ਟੂ ਮੀ ਆਈ ਡੂ ਨਾਟ ਲਿਵ ਹੇਅਰ। ਉਹ ਮੈਨੂੰ ਕਹਿੰਦਾ ਹੈ ਮੈਂ ਇੱਥੇ ਨਹੀਂ ਰਹਿੰਦਾ। ਤੇ ਇਨਡਾਇਰੈਕਟ ਕਿੱਦਾਂ ਬਣ ਜਾਏਗਾ, ਉਹ ਮੈਨੂੰ ਕਹਿੰਦਾ ਹੈ ਕਿ ਉਹ ਇੱਥੇ ਨਹੀਂ ਰਹਿੰਦਾ। ਸੋ ਸੇਜ਼ ਟੂ ਦਾ ਬਣ ਜਾਏਗਾ ਟੈਲਸ, ਜਿੱਥੇ ਟੂ ਆ ਜਾਏ ਉੱਥੇ ਟੈਲਸ ਹੋ ਜਾਂਦਾ ਜ਼ਿਆਦਾਤਰ। ਹੀ ਟੈਲਸ ਮੀ ਦੈਟ ਹੀ ਡਜ਼ ਨਾਟ ਲਿਵ ਹੇਅਰ। ਸੋ ਆਈ ਦੇ ਨਾਲ ਡੂ ਆਏਗਾ, ਆਈ ਯੂ ਤੇ ਵੀ ਦੇ ਨਾਲ ਡੂ ਆਉਂਦਾ ਤੇ ਹੀ ਸ਼ੀ ਇਟ ਦੇ ਨਾਲ ਡਜ਼ ਆਉਂਦਾ। ਸੋ ਹੀ ਟੈਲਸ ਮੀ ਦੈਟ ਹੀ ਡਜ਼ ਨਾਟ ਲਿਵ ਹੇਅਰ। ਕਿਉਂਕਿ ਇਹ ਪ੍ਰੈਜ਼ੈਂਟ ਟੈਂਸ ਹੈ ਸੇਜ਼, ਇਸ ਕਰਕੇ ਡੂ ਦਾ ਡਿਡ ਨਹੀਂ ਬਣੇਗਾ। ਇਹ ਮਤਲਬ ਕਿ ਇਹਦਾ ਟੈਂਸ, ਇਹਦੀ ਵਰਬ ਚੇਂਜ ਨਹੀਂ ਹੋਏਗੀ। ਠੀਕ ਹੈ। ਯੂ ਸੇ ਟੂ ਗਗਨ, ਤੂੰ ਗਗਨ ਨੂੰ ਕਿਹਾ, ਮਤਲਬ ਤੂੰ ਗਗਨ ਨੂੰ ਕਹਿੰਦਾ ਹੈ। ਯੂ ਸੇ ਟੂ ਗਗਨ ਯੂ ਲਾਈਕ ਇੰਗਲਿਸ਼, ਵੀ ਤੈਨੂੰ ਅੰਗਰੇਜ਼ੀ ਪਸੰਦ ਹੈ ਬਟ ਆਈ ਲਾਈਕ ਪੰਜਾਬੀ। ਠੀਕ ਹੈ, ਤੂੰ ਗਗਨ ਨੂੰ ਇੱਦਾਂ ਕਿਹਾ। ਸੋ ਸੇ ਟੂ ਦਾ ਬਣ ਜਾਏਗਾ ਟੈਲ। ਯੂ ਟੈਲ ਗਗਨ ਦੈਟ ਹੀ ਲਾਈਕਸ ਇੰਗਲਿਸ਼ ਬਟ ਯੂ ਲਾਈਕ ਪੰਜਾਬੀ। ਠੀਕ ਹੈ। ਫਿਰ ਅਗਲਾ ਆ ਜਾਏਗਾ ਦੇ ਸੇ ਟੂ ਅਸ, ਉਹ ਸਾਨੂੰ ਕਹਿੰਦੇ ਹਨ। ਵੀ ਆਰ ਨਾਟ ਵੈਲ ਟੂਡੇ, ਅੱਜ ਅਸੀਂ ਠੀਕ ਨਹੀਂ ਹਾਂ। ਸੋ ਸੇ ਟੂ ਦਾ ਬਣ ਜਾਏਗਾ ਟੈਲ। ਦੇ ਟੈਲ ਅਸ ਦੈਟ, ਵੀ ਦਾ ਬਣ ਜਾਏਗਾ ਦੇ ਆਰ ਨਾਟ ਵੈਲ टुडे। ठीक है, आगे चलिए। हरप्रीत सेड आई शैल टॉक टू यू टुमारो। हरप्रीत ने कहा मैं तेरे नाल कल गल करांगा। ठीक है। हरप्रीत सेड दैट ही वुड टॉक टू यू दी नैक्सट डे। हुण देखो सेड सैकेंड फॉर्म हैगी है से दी, पास्ट टेंस हैगा, इस करके शैल दा बन जाएगा वुड। ठीक है। ते टुमारो दा बन जाएगा दी नैक्सट डे। ਇਹ ਚੇਂजेस ਆਣਗੀਆਂ ਜਦੋਂ ਰਿਪੋਰਟਿੰਗ ਸਪੀਚ ਜਿਹੜੀ ਹੈ ਉਹ ਪਾਸਟ ਟੈਂਸ ਵਿੱਚ ਹੋਵੇ। ਹਰਪ੍ਰੀਤ ਸੈਡ ਦੈਟ ਹੀ ਵੁੱਡ ਟਾਕ ਟੂ ਯੂ ਦੀ ਨੈਕਸਟ ਡੇ। ਹੁਣ ਇੱਥੇ ਮੈਂਸ਼ਨ ਨਹੀਂ ਕੀਤਾ ਹਰਪ੍ਰੀਤ ਕਿਹਦੇ ਨਾਲ ਗੱਲ ਕਰ ਰਿਹਾ, ਅਸੀਂ ਅਜ਼ਿਊਮ ਕਰਦੇ ਪਏ ਹਾਂ। ਜਿੱਦਾਂ ਹਰਪ੍ਰੀਤ ਸੈਡ ਟੂ ਮਤਲਬ ਕਿ ਇਹਨੂੰ ਕਿਹਾ, ਹਰੀਸ਼ ਨੂੰ ਕਿਹਾ। ਠੀਕ ਹੈ। ਸੋ ਹਰਪ੍ਰੀਤ ਸੈਡ ਦੈਟ ਹੀ ਵੁੱਡ ਟਾਕ ਟੂ ਯੂ ਦੀ ਨੈਕਸਟ ਡੇ। ਵੀ ਜਿਹਦਾ ਹਰਪ੍ਰੀਤ ਨੇ ਹਰੀਸ਼ ਨੂੰ ਸੰਬੋਧਨ ਬਾਰੇ ਗੱਲ ਕਰ ਰਿਹਾ ਤੇ ਫਿਰ ਮੈਂ ਹਰੀਸ਼ ਨੂੰ ਕਹਿ ਰਿਹਾ ਹਰਪ੍ਰੀਤ ਸੈਡ that he would talk to you the next day। फिर राम will say I have done my work। ਹੁਣ ਦੇਖੋ will say ਕੀ ਹੈਗਾ, ਇਹ ਫਿਊਚਰ ਟੈਂਸ ਹੈਗਾ। ਜਦੋਂ ਫਿਊਚਰ ਟੈਂਸ ਹੋਵੇ ਤਦ ਵੀ ਅੰਦਰਲੀ ਵਰਬ ਚੇਂਜ ਨਹੀਂ ਹੁੰਦੀ, ਅੰਦਰਲਾ ਟੈਂਸ ਚੇਂਜ ਨਹੀਂ ਹੁੰਦਾ। ਸੋ ਜਦੋਂ ਪ੍ਰੈਜ਼ੈਂਟ ਟੈਂਸ ਹੋਵੇ ਇੱਥੇ ਜਿੱਦਾਂ ਪਹਿਲੇ ਸਲਾਈਡ ਵਿੱਚ ਕੀਤਾ ਆਪਾਂ, ਤੇ ਫਿਊਚਰ ਟੈਂਸ ਹੋਵੇ ਫਿਰ ਅੰਦਰਲੀ ਵਰਬ ਚੇਂਜ ਨਹੀਂ ਹੁੰਦੀ। ਸੋ ਰਾਮ will say that I ਦਾ ਬਣ ਜਾਏਗਾ ਰਾਮ ਦੀ ਗੱਲ ਹੋ ਰਹੀ ਹੈ। ਸੋ ਹੀ हैव ਦਾ ਬਣ ਜਾਏਗਾ हैज, क्योंकि ही शी इट ਦੇ ਨਾਲ हैज ਆਉਂਦਾ। ठीक है। he has done his work, ਮਾਈ ਦਾ ਬਣ ਜਾਏਗਾ his ਬਣ ਜਾਏਗਾ क्योंकि ਰਾਮ ਵਾਲੀ ਇਸ਼ਾਰਾ ਹੈਗਾ। ਰਾਮ will say that he has done his work। ठीक है। ਮੋਹਨ will say to her, ਮੋਹਨ ਉਹਨੂੰ ਕਹੇਗਾ you can do this thing tonight। so ਮੋਹਨ will tell her that she can, her ਹੈਗਾ ਨਾ, so the she can do this thing tonight। ਕਿਉਂਕਿ ਇੱਥੇ will say ਹੈਗਾ, ਫਿਊਚਰ ਟੈਂਸ ਹੈਗਾ। ਸੋ ਅੰਦਰਲੀ ਵਰਬ, ਅੰਦਰਲੀ ਕੁਝ ਗੱਲ ਚੇਂਜ ਨਹੀਂ ਹੋਏਗੀ ਸਿਵਾਏ ਪ੍ਰੋਨਾਉਂਸ ਦੇ। ਠੀਕ ਹੈ। ਮਾਈ ਸਿਸਟਰ ਸੈਡ ਟੂ ਮੀ, ਹੁਣ ਦੇਖੋ ਇੱਥੇ ਪਾਸਟ ਟੈਂਸ ਹੈਗਾ ਸੈਡ, ਸੋ ਇੱਥੇ ਅੰਦਰਲਾ ਉਸੇ ਹਿਸਾਬ ਨਾਲ ਚੇਂਜ ਹੋਏਗਾ। ਮਾਈ ਸਿਸਟਰ ਸੈਡ ਟੂ ਮੀ, ਮੇਰੀ ਭੈਣ ਨੇ ਮੈਨੂੰ ਕਿਹਾ ਆਈ ਵਿਲ ਵਿਜ਼ਿਟ ਮਾਈ ਫਰੈਂਡ ਨੈਕਸਟ ਵੀਕ, ਕਿ ਮੈਂ ਆਪਣੀ ਸਹੇਲੀ ਕੋਲ ਅਗਲੇ ਹਫਤੇ ਜਾਵਾਂਗੀ। ਸੋ ਮਾਈ ਸਿਸਟਰ ਟੋਲਡ ਮੀ ਦੈਟ ਸ਼ੀ ਵੁੱਡ, ਵਿਲ ਦਾ ਬਣ ਜਾਏਗਾ ਵੁੱਡ, ਵਿਜ਼ਿਟ ਹਰ ਫਰੈਂਡ। ਮਾਈ ਹੈ ਨਾ,
सो माई कौन है, माई सिस्टर कह रही है तो हर बन जाएगा। विजिट हर फ्रेंड दी फॉलोइंग वीक, नेक्स्ट वीक का बन जाएगा दी फॉलोइंग वीक। ठीक है, आगे चलिए। मिसेज शर्मा सेड, मिसेज शर्मा ने क्या, आई एम टीचिंग माई सन इंग्लिश, मैं अपने मुंडे ਨੂੰ अंग्रेजी पढ़ा रही हाँ। सो बन जाएगा मिसेज शर्मा सेड दैट, एम ਦਾ बन जाएगा वाज, आई ਦਾ बन जाएगा शी वाज टीचिंग हर सन इंग्लिश। ठीक है। दी टीचर सेड टू अस, अध्यापक ने सानू क्या, स्लो एंड स्टडी विंस दी रेस। ਹੁਣ ਬੱਚੋ ਦੇਖੋ ਇੱਥੇ ਸੈਡ ਹੈਗਾ, ਠੀਕ ਹੈ, ਪਰ ਇਹਦੇ ਕਰਕੇ ਵਿਨਸ ਦਾ ਵਨ ਨਹੀਂ ਬਣੇਗਾ। ਕਿਉਂ? ਕਿਉਂਕਿ ਇਹ ਅਖਾਣ ਹੈ ਸਲੋ ਐਂਡ ਸਟਡੀ ਵਿਨਸ ਦਾ ਰੇਸ, ਅਰਥਾਤ ਜਿਹੜੀ ਸਹਿਜਤਾ ਹੈ ਅਤੇ ਹੌਲੀਪਨ ਨੇ ਅਤੇ ਨਿਰੰਤਰਤਾ ਜਿਹੜੀ ਹੈ ਉਹ ਜਿੱਤ ਵੱਲ ਲੈ ਕੇ ਜਾਂਦੀ ਹੈ। ਅਰਥਾਤ ਜਿਹੜਾ ਬੰਦਾ ਭਾਵੇਂ ਸਲੋ ਹੈਗਾ, ਭਾਵੇਂ ਹੌਲੀ ਚੱਲਦਾ ਹੈ, ਪਰ ਨਿਰੰਤਰ ਚੱਲਦਾ ਹੈ, ਉਹ ਰੇਸ ਜਿੱਤ ਜਾਂਦਾ ਹੈ। ਹੁਣ ਇਹ ਇੱਕ ਸਿਆਣਪ ਵਾਲੀ ਗੱਲ ਹੈਗੀ ਹੈ, ਵਿਜ਼ਡਮ ਹੈਗੀ ਹੈ, ਇਹ ਅਖਾਣ ਹੈਗੀ ਹੈ। ਇਹਦਾ ਭੂਤਕਾਲ, ਵਰਤਮਾਨ ਕਾਲ, ਭਵਿੱਖ ਕਾਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਗੱਲ ਸਦੀਵੀ ਸੱਚ ਹੈਗਾ। ਸੋ ਜਿਹੜੀ ਗੱਲਾਂ ਸਦੀਵੀ ਸੱਚੀਆਂ ਹੁੰਦੀਆਂ ਨੇ, ਜਿੱਦਾਂ ਵਿਗਿਆਨਿਕ ਤੱਥ ਹੈਗੇ ਨੇ, ਸਾਇੰਟੀਫਿਕ ਫੈਕਟਸ ਹੈਗੇ ਨੇ, ਮੈਥਮੈਟੀਕਲ ਫੈਕਟਸ ਹੈਗੇ ਨੇ, ਜਾਂ ਕੋਈ ਟਰੁਥਸ ਹੈਗੇ ਨੇ, ਯੂਨੀਵਰਸਲ ਟਰੁਥਸ ਹੈਗੇ ਨੇ, ਜਿੱਦਾਂ ਦੀ ਅਰਥ ਰਿਵੋਲਵਸ ਅਰਾਊਂਡ ਦੀ ਸਨ। ਠੀਕ ਹੈ, ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਰਥ ਰਿਵੋਲਵਡ ਅਰਾਊਂਡ ਦੀ ਸਨ, ਪਹਿਲਾਂ ਘੁੰਮਦੀ ਸੀ ਤੇ ਹੁਣ ਨਹੀਂ ਘੁੰਮਦੀ। ਜਾਂ 2 and 3 make 5, 2 ਜਮਾ 3 5 ਹੁੰਦੇ ਨੇ, ਉਹ ਤੇ ਹਮੇਸ਼ਾ ਹੀ ਹੁੰਦੇ ਨੇ। ਸੋ ਉਦੋਂ ਵੀ ਟੈਂਸ ਚੇਂਜ ਨਹੀਂ ਹੋਏਗਾ। ਸੋ ਦੀ ਟੀਚਰ ਸੈਡ ਟੂ ਅਸ ਦਾ ਬਣ ਜਾਏਗਾ ਦੀ ਟੀਚਰ ਟੋਲਡ ਅਸ ਦੈਟ ਸਲੋ ਐਂਡ ਸਟਡੀ ਵਿਨਸ ਦੀ ਰੇਸ। ਇੱਥੇ ਭਾਵੇਂ ਟੋਲਡ ਹੈ, ਸੈਕਿੰਡ ਟੈਂਸ ਹੈਗਾ, ਮਤਲਬ ਸੈਕਿੰਡ ਫਾਰਮ ਹੈਗੀ ਹੈ, ਪਰ ਇੱਥੇ ਵਿਨਸ ਰਹੇਗਾ ਕਿਉਂਕਿ ਇਹ ਸਦੀਵੀ ਸੱਚ ਹੈ। ਸਾਇੰਟੀਫਿਕ ਫੈਕਟਸ, ਮੈਥਮੈਟੀਕਲ ਫੈਕਟਸ, ਰਿਲੀਜੀਅਸ ਮਤਲਬ ਕਿ ਜਿਹੜੀਆਂ ਧਾਰਮਿਕ, ਜਾਂ ਜਿੱਦਾਂ ਓਨੈਸਟੀ ਇਜ਼ ਦਾ ਬੈਸਟ ਪੋਲਿਸੀ, ਟਰੁਥ ਆਲਵੇਜ਼ ਵਿਨਸ। ਠੀਕ ਹੈ। ਸੋ ਇਹ ਜਿਹੜੀ ਚੀਜ਼ਾਂ ਨੇ, ਇਹ ਜਿਹੜੀਆਂ ਨੇ, ਇਹਨਾਂ ਦਾ ਟੈਂਸ ਚੇਂਜ ਨਹੀਂ ਹੁੰਦਾ। ਵਾਟਰ ਬੋਇਲਸ ਐਟ 100 ਡਿਗਰੀ ਸੈਲਸੀਅਸ, ਵਾਟਰ ਫਰੀਜ਼es ਐਟ 0 ਡਿਗਰੀ ਸੈਲਸੀਅਸ। ਠੀਕ ਹੈ। ਹੌਟ ਏਅਰ ਇਜ਼ ਲਾਈਟਰ ਦੈਨ ਕੋਲਡ ਏਅਰ। ਸੋ ਇੱਦਾਂ ਦੀ ਜਿਹੜੀ ਚੀਜ਼ਾਂ ਨੇ, ਉਹਨਾਂ ਦਾ ਟੈਂਸ ਚੇਂਜ ਨਹੀਂ ਹੋਏਗਾ। ਸੋ ਮਾਈ ਫਾਦਰ ਸੈਡ, ਮੇਰੇ ਪਿਤਾ ਜੀ ਨੇ ਕਿਹਾ, ਯੂਅਰ ਫਰੈਂਡ ਮੈਟ ਮੀ ਯੈਸਟਰਡੇ। ਠੀਕ ਹੈ, ਮੇਰੇ ਪਿਤਾ ਜੀ ਕਹ ਰਹੇ ਵੀ ਤੇਰਾ ਦੋਸਤ ਮੈਨੂੰ ਕੱਲ ਮਿਲਿਆ ਸੀ। ਸੋ ਮਾਈ ਫਾਦਰ ਸੈਡ ਦੈਟ ਮਾਈ ਫਰੈਂਡ ਹੈਡ ਮੈਟ ਹਿਮ ਦੀ ਪ੍ਰੀਵੀਅਸ ਡੇ। ਹੁਣ ਮੈਟ ਬੱਚੋ ਆਲਰੇਡੀ ਪਾਸਟ ਟੈਂਸ ਹੈਗਾ। ਜਦੋਂ ਵਿਦਿਨ ਇਨਵਰਟਿਡ ਕੋਮਾਸ ਪਹਿਲਾਂ ਹੀ ਪਾਸਟ ਟੈਂਸ ਹੋਵੇ ਤੇ ਫਿਰ ਇੱਥੇ ਬਣ ਜਾਂਦਾ ਪਾਸਟ ਪਰਫੈਕਟ। ਠੀਕ ਹੈ। ਜੇ ਤੇ ਇੱਥੇ ਮਤਲਬ ਕਿ ਅਗਰ ਜਦੋਂ ਇੱਥੇ ਪਾਸਟ ਟੈਂਸ ਹੈਗਾ, ਜਿਹਨੂੰ ਅਸੀਂ ਕਹਿੰਦੇ ਪਾਸਟ ਇੰਡੈਫੀਨਿਟ ਟੈਂਸ ਹੈ, ਠੀਕ ਹੈ, ਤੇ ਫਿਰ ਇੱਥੇ ਅਗਰ ਹੈਗਾ ਪ੍ਰੈਜ਼ੈਂਟ ਟੈਂਸ ਤੇ ਉਹ ਬਣ ਜਾਂਦਾ ਹੈ ਪਾਸਟ ਟੈਂਸ। ਤੇ ਜੇ ਪਹਿਲੀ ਪਾਸਟ ਹੋਵੇ ਤੇ ਫਿਰ ਬਣ ਜਾਏਗਾ ਪਾਸਟ ਪਰਫੈਕਟ। ਸੋ ਮੈਟ ਤਾਂ ਬਣ ਜਾਏਗਾ ਹੈਡ ਮੈਟ ਹਿਮ। ਹਿਮ ਕੌਣ ਹੈ? ਫਾਦਰ। ਫਾਦਰ ਕਹਿੰਦੇ ਮੈਨੂੰ ਮਿਲੇ ਸੀਗੇ, ਅਰਥਾਤ ਫਾਦਰ ਨੂੰ ਮਿਲਿਆ ਸੀ। ਦੀ ਪ੍ਰੀਵੀਅਸ ਡੇ, ਯੈਸਟਰਡੇ ਦਾ ਬਣ ਜਾਏਗਾ ਦੀ ਪ੍ਰੀਵੀਅਸ ਡੇ। ਯੂ ਸੈਡ ਟੂ ਆਸ਼ਾ, ਤੂੰ ਆਸ਼ਾ ਨੂੰ ਕਿਹਾ, ਯੂ ਹੈਡ ਆਲਰੇਡੀ ਡਨ ਯੂਅਰ ਵਰਕ, ਤੂੰ ਆਪਣਾ ਕੰਮ ਪਹਿਲਾਂ ਹੀ ਕਰ ਚੁੱਕਾ ਸੀ। ਹੁਣ ਦੇਖੋ ਇੱਥੇ ਪਹਿਲੇ ਹੀ ਹੈਡ ਹੈਗਾ ਤੇ ਇੱਥੇ ਹੈਡ ਤੋਂ ਅੱਗੇ ਤਾਂ ਜਾ ਨਹੀਂ ਸਕਦੇ। ਸੋ ਜੇ ਪਾਸਟ ਪਰਫੈਕਟ ਪਹਿਲਾਂ ਹੀ ਹੋਵੇ ਤੇ ਪਾਸਟ ਪਰਫੈਕਟ ਹੀ ਰਹਿੰਦਾ ਹੈ, ਫਿਰ ਉਹਦੇ ਵਿੱਚ ਚੇਂਜ ਨਹੀਂ ਆਉਂਦੀ। ਠੀਕ ਹੈ। ਸੋ ਯੂ ਟੋਲਡ ਆਸ਼ਾ ਦੈਟ ਯੂ ਟੋਲਡ ਆਸ਼ਾ ਦੈਟ ਸ਼ੀ ਹੈਡ ਆਲਰੇਡੀ ਡਨ ਹਰ ਵਰਕ। ਠੀਕ ਹੈ। ਸੋ ਤੁਸੀਂ ਆਸ਼ਾ ਨੂੰ ਕਿਹਾ ਕਿ ਤੂੰ ਆਪਣਾ ਕੰਮ ਪਹਿਲਾਂ ਹੀ ਕਰ ਚੁੱਕੀ ਹੈ। ਹੁਣ ਯੂ ਕੌਣ ਹੈ? ਆਸ਼ਾ ਨੂੰ ਕਿਹਾ ਜਾ ਰਿਹਾ। ਸੋ ਯੂ ਟੋਲਡ ਆਸ਼ਾ ਦੈਟ ਸ਼ੀ ਹੈਡ ਆਲਰੇਡੀ ਡਨ ਹਰ ਵਰਕ। ਠੀਕ ਹੈ। ਅੱਗੇ ਚਲਿਏ। ਮਾਈ ਮਦਰ ਸੈਡ, ਮੇਰੇ ਮਾਤਾ ਜੀ ਨੇ ਕਿਹਾ, ਆਈ ਸ਼ੈਲ ਗੋ ਟੂ ਯੂਰ ਸਕੂਲ ਟੂਡੇ, ਮੈਂ ਅੱਜ ਤੇਰੇ ਸਕੂਲ ਜਾਵਾਂਗੀ। ਠੀਕ ਹੈ। ਸੋ ਮਾਈ ਮਦਰ ਸੈਡ ਦੈਟ ਸ਼ੀ ਵੁੱਡ, ਸ਼ੈਲ ਦਾ ਬਣ ਜਾਏਗਾ ਵੁੱਡ, ਸ਼ੀ ਵੁੱਡ ਗੋ ਟੂ ਮਾਈ ਸਕੂਲ ਦੈਟ ਡੇ। ਦੈਟ ਡੇ ਮੀਨਸ ਉसी दिन, टुडे। ठीक है। आई सेड टू हर दी इंग्लिश डिफीटेड दी फ्रेंच इन इंडिया। दी इंग्लिश का मतलब है इंग्लैंड विच रहने वाले लोग, अंग्रेज। दी फ्रेंच का मतलब फ्रांसीसी लोग, फ्रांस विच रहने वाले लोग। सो आई सेड टू हर दी इंग्लिश डिफीटेड दी फ्रेंच इन इंडिया, अर्थात मैं उन्होंने कहा कि अंग्रेज़ों ने फिरंगियां नू, फ्रेंच नू इंडिया विच हराया। आई टोल्ड हर दैट दी इंग्लिश डिफीटेड दी फ्रेंच इन इंडिया। डिफीटेड ਦਾ ਹੈਡ ਡਿਫੀਟਡ ਨਹੀਂ ਬਣੇਗਾ। ਕਿਉਂ ਬੱਚਿਓ? ਇਹ ਹਿਸਟੋਰੀਕਲ ਫੈਕਟ ਹੈਗਾ, ਇਹ ਹਿਸਟੋਰੀਕਲ ਤੱਥ ਹੈਗਾ। ਠੀਕ ਹੈ। ਜਿਵੇਂ ਸਾਇੰਟੀਫਿਕ ਫੈਕਟ ਹੋ ਗਏ, ਮੈਥਮੈਟੀਕਲ ਫੈਕਟ ਹੋ ਗਏ, ਜਾਂ ਅਖਾਣ ਹੋ ਗਏ, ਤੇ ਜਾਂ ਫਿਰ ਆਪਣੀ ਜਿੱਦਾਂ ਹਿਸਟੋਰੀਕਲ ਫੈਕਟ ਹੋ ਗਏ, ਉਹ ਉਹਨਾਂ ਦਾ ਟੈਂਸ ਨਹੀਂ ਚੇਂਜ ਹੋਏਗਾ। ਠੀਕ ਹੈ। ਮਦਰ ਸੈਡ ਟੂ ਮੀ,
माता जी ने मैनू कहा आई शैल वेट फॉर यू हेयर, मैं इत्थे तेरी उड़ीक करांगी। सो मदर टोल्ड मी, सेड टू दा बन जाएगा टोल्ड मी दैट शी वुड वेट फॉर मी देयर, हेयर दा बन जाएगा देयर, शैल दा बन जाएगा वुड, ते यू हैगा मी, वो मैनू कह रहे ना, सो शी वुड वेट फॉर मी देयर। Exercise number 2. Change the following into indirect speech. Father said to me, Mohan was playing while I was reading my newspaper. पिता जी ने मैनू कहा की क्या कि मोहन खेडदा पिया सी ਜਦੋਂ मैं अपनी अखबार पढ़ रहा सी। ਇਹ ਉਹਨਾਂ ਦੀ ਗੱਲ ਹੈ। ਸੋ ਇਹਨੂੰ ਇਨਡਾਇਰੈਕਟ ਕਰਾਂਗੇ। said to ਦਾ ਬਣ ਜਾਏਗਾ told, father told me that मोहन was playing, ਹੁਣ was ਹੈ ਨਾ ਬੱਚਿਓ, ਇਹ ਕਿਹੜਾ ਹੈਗਾ was playing, ਕਿਹੜਾ ਹੈਗਾ was playing ਹੈ past continuous tense। ਜਦੋਂ past continuous ਹੋ ਜਾਏ ਅੰਦਰ ਤੇ ਇੱਥੇ ਹੋਵੇ past tense ਤੇ ਇੱਥੇ ਹੋਵੇ within inverted commas ਵਿੱਚ ਹੋਵੇ past continuous ਤੇ ਬਣ ਜਾਏਗਾ past perfect continuous। past perfect continuous ਕਿਹੜਾ ਹੁੰਦਾ had, have, had been, ਠੀਕ ਹੈ। so Mohan had been playing while he had been reading his newspaper, ठीक है। so was playing ਤੇ was reading ਦਾ ਬਣ ਜਾਏਗਾ had been playing ਤੇ had been रीडिंग, ठीक है। सो माई का बन जाएगा हिज, क्योंकि फादर की गल है, सो हिज बन जाएगा। दी मैन सैड आई डू नॉट नो वट टू डू नाउ, बंदे ने कहा मैनू नहीं पता मैं हुण की करा। सो दी मैन सैड दैट ही डिड नॉट नो वट टू डू दैन, ठीक है। सो डिड नॉट नो भी हो सकता है तो इनू शॉर्ट भी कर सकते हैं। दी मैन सैड दैट ही न्यू नॉट वट टू डू दैन, इदा भी कर सकते हैं, ठीक है। सो असी डिड नॉट थोड़ा लंबा जहा लगता है, मैं वैसे डिड नॉट कर दिता है डू दा डिड नॉट, क्योंकि नैगेटिव सेंटेंस है इस करके असी डिड नहीं हटाना। पर मैं जे डिड हटाना है तो मैं की करांगा दी मैन सैड दैट ही, डिड नॉट हटा के बन जाएगा न्यू नॉट, डिड नॉट नो की जगह न्यू नॉट भी कर सकते हैं, ही न्यू नॉट वट टू डू दैन, ठीक है। ही सैड 2 and 2 make 4 है, देखो मैथमेटिकल फैक्ट है 2 and 2 make 4, 2 ਅਤੇ 2 4 ਹੁੰਦੇ ਹਨ। ਸੋ ਇੱਥੇ ਸੈਡ ਕਰਕੇ ਮੇਕ ਦਾ ਮੇਡ ਨਹੀਂ ਬਣੇਗਾ, ਮੇਕ ਹੀ ਰਹੇਗਾ। ਹੀ ਸੈਡ दैट 2 and 2 make 4, ਕਿਉਂਕਿ ਇਹ ਤੇ ਇੱਕ ਗਣਿਤ ਦੀ ਸੱਚਾਈ ਹੈ ਕਿ 2 ਜਮਾ 2 ਕੱਲ ਵੀ ਸੱਚ 4 ਹੁੰਦੇ ਸੀਗੇ, ਅੱਜ ਵੀ 4 ਨੇ ਤੇ ਆਉਣ ਵਾਲੇ ਸਮੇਂ 'ਚ ਵੀ 4 ਹੀ ਰਹਿਣਗੇ। ਆਈ ਮੇ ਨਾਟ ਕਮ ਟੁਮਾਰੋ ਸੈਡ ਮੋਹਨ ਟੂ ਮੀ, ਮੋਹਨ ਨੇ ਮੈਨੂੰ ਕਿਹਾ ਮੈਂ ਸ਼ਾਇਦ ਕੱਲ ਨਾ ਆਵਾਂ। ਸੋ ਇਹਦਾ ਕੀ ਬਣੇਗਾ मोहन सेड टू मी है, सो बन जाएगा मोहन टोल्ड मी दैट, मे का बन जाएगा माइट, ही माइट नॉट कम टुमारो का बन जाएगा दी नेक्स्ट डे, ठीक है। आगे चलिए। हर ब्रदर सेड दी सन राइजेज इन दी ईस्ट, हुण देखो बच्चों यह भी एक नेचर का फैक्ट है कि सूरज जिहड़ा है वो पूरब तो चढ़ता है, कल भी पूरब तो चढ़िया सी, अज भी पूरब तो चढ़िया ते कल भी पूरब तो चढ़ेगा, तो यह सच्चाई है। ਇਹਦੇ ਵਿੱਚ ਭੂਤਕਾਲ ਵਰਤਮਾਨ ਕਾਲ ਦੀ ਕੋਈ ਗੱਲ ਨਹੀਂ, ਠੀਕ ਹੈ। ਸੋ ਹਰ ਬ੍ਰਦਰ ਸੈਡ, ਉਹਦੇ ਭਰਾ ਨੇ ਕਿਹਾ ਕਿ ਸਨ ਰਾਈਜ਼ਿਜ਼ ਇਨ ਦਾ ਈਸਟ, ਸੋ ਸੈਡ ਰਹਿਣ ਦੇ ਬਾਵਜੂਦ ਵੀ ਇੱਥੇ ਰਾਈਜ਼ਿਜ਼ ਹੀ ਰਹੇਗਾ, ਰੋਜ਼ ਨਹੀਂ ਬਣੇਗਾ, ਠੀਕ ਹੈ। ਹਰ ਬ੍ਰਦਰ ਸੈਡ ਦੈਟ ਦੀ ਸਨ ਰਾਈਜ਼ਿਜ਼ ਇਨ ਦੀ ਈਸਟ, ਠੀਕ ਹੈ। ਵੀ ਸੈਡ ਟੂ ਹਰ ਇੰਡੀਆ ਵਨ ਫਰੀडम ਇਨ 1947, ਹੁਣ ਇਹ ਹਿਸਟੋਰੀਕਲ ਫੈਕਟ ਹੈਗਾ, ਇਹਦੇ ਵਿੱਚ ਵੀ ਵਨ ਦਾ ਹੈਡ ਵਨ ਨਹੀਂ ਬਣੇਗਾ, ਵਨ ਦਾ ਵਨ ਹੀ ਰਹੇਗਾ। ਵੀ ਸੈਡ ਟੂ ਹਰ ਅਰਥਾਤ ਵੀ ਟੋਲਡ ਹਰ, said to the told, we told her that India won freedom in 1947. The teacher said to us, I am doing register work. So I am doing जो present continuous tense होवे ते बन जाता है past continuous. So I am doing दा बन जाएगा was doing, ते the teacher told us that she was doing register work, ठीक है। हुण इत्थे मैं मन लिया she, ते teacher दा इत्थे मेंशन नहीं हैगा मेल है या फीमेल है, जे तुसी शी की जगह ही भी लिख दोगे तो कोई फर्क नहीं पेगा, क्योंकि इतने कोई मैंशन नहीं किया होया, ठीक है। आई सैड मैं कहा इट हैज़ बीन रेनिंग सिंस लास्ट वीक, मैं कहा पिछले हफ्ते तो मीह पै रहा है। हुण देखो यह किहड़ा हैगा हैज़ बीन, पास्ट हैगा प्रेजेंट कॉन्टीन्यूअस, सॉरी प्रेजेंट परफेक्ट कॉन्टीन्यूअस, सो प्रेजेंट परफेक्ट कॉन्टीन्यूअस का बन जाएगा पास्ट परफेक्ट कॉन्टीन्यूअस। I said that it had been raining since the previous week, मैं कहा कि पिछले हफ्ते तो मीह पैंदा जा रहा सी, ठीक है। सो आखिरी स्लाइड आ गई। दी टीचर सेड, टीचर ने कहा इफ यू वर्क हार्ड यू विल गेट अ प्राइज, जे तुसी मेहनत की
ਤੇ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਇਨਾਮ ਮਿਲੇਗਾ। ਸੋ the teacher said that if we worked hard, work ਦਾ ਬਣ ਜਾਏਗਾ ਕਿਉਂਕਿ said ਹੈ, work ਦਾ ਬਣ ਜਾਏਗਾ worked, we would, will ਦਾ ਬਣ ਜਾਏਗਾ would। ਹੁਣ ਇਹ ਕੌਣ, ਇਹ ਟੀਚਰ ਕਿਹਨੂੰ ਕਹਿ ਰਿਹਾ, ਸਾਨੂੰ ਹੀ ਕਹਿ ਰਿਹਾ ਨਾ, ਅਸੀਂ ਕਲਾਸ 'ਚ ਬੈਠੇ ਹੈਗੇ ਆ। ਸੋ ਟੀਚਰ ਨੇ ਇਦਾਂ ਕਿਹਾ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ, if you work hard you will get a prize, ਜੇ ਤੁਸੀਂ ਮਿਹਨਤ ਕੀਤੀ ਤੇ ਤੁਹਾਨੂੰ ਇਨਾਮ ਮਿਲੇਗਾ। ਸੋ ਉਹਨਾਂ ਨੂੰ ਅਸੀਂ ਇੰਡਾਇਰੈਕਟ ਕਰ ਰਹੇ ਹਾਂ, ਸਾਨੂੰ ਅੱਗੇ ਅਸੀਂ ਦੱਸ ਰਹੇ ਹਾਂ, ਕਿਸੇ ਨੂੰ ਦੱਸ ਰਹੇ ਹਾਂ, ਦੂਜੇ ਨੂੰ। ਦੀ ਟੀਚਰ ਸੈਡ ਦੈਟ ਇਫ ਵੀ ਵਰਕਡ ਹਾਰਡ, ਅਰਥਾਤ ਅਧਿਆਪਕ ਨੇ ਕਿਹਾ, ਉਸਤਾਦ ਨੇ ਕਿਹਾ ਕਿ ਜੇ ਅਸੀਂ ਮਿਹਨਤ ਕੀਤੀ, ਵੀ ਵੁੱਡ ਗੈਟ ਅ ਪ੍ਰਾਈਜ਼, ਸਾਨੂੰ ਇਨਾਮ ਮਿਲੇਗਾ। ਠੀਕ ਹੈ। ਦੀ ਥੀਫ ਪ੍ਰੋਮਿਸਡ, ਚੋਰ ਨੇ ਵਾਅਦਾ ਕੀਤਾ, ਆਈ ਵਿਲ ਨੈਵਰ ਸਟੀਲ ਅਗੇਨ, ਸਟੀਲ ਹੁੰਦਾ ਚੋਰੀ ਕਰਨੀ, ਨੈਵਰ ਮੈਨੇ ਕਦੀ ਵੀ ਨਹੀਂ, ਅਗੇਨ ਮੈਨੇ ਫਿਰ ਤੋਂ, ਆਈ ਵਿਲ ਨੈਵਰ ਸਟੀਲ ਅਗੇਨ, ਮੈਂ ਮੁੜ ਤੋਂ ਕਦੀ ਚੋਰੀ ਨਹੀਂ ਕਰਾਂਗਾ। ਸੋ ਪ੍ਰੋਮਿਸਡ ਹੈਗਾ, ਵਿਲ ਦਾ ਬਣ ਜਾਏਗਾ ਵੁੱਡ। The thief promised that he would never steal again, ਚੋਰ ਨੇ ਵਾਅਦਾ ਕੀਤਾ ਕਿ ਉਹ ਮੁੜ ਤੋਂ ਕਦੀ ਫਿਰ ਦੁਬਾਰਾ ਚੋਰੀ ਨਹੀਂ ਕਰੇਗਾ। ਠੀਕ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀ ਐਕਸਰਸਾਈਜ਼ 1 ਐਂਡ 2 ਤੁਸੀਂ ਨੇਮ ਨਾਲ ਅਨੁਸ਼ਾਸਨ ਨਾਲ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।